सत श्री अकाल जी। ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਨਿੱਜੀ ਵਿਚਾਰ। ਲੋਕ ਰੱਬ ਭਾਲਦੇ ਫਿਰਦੇ ਨੇ ਬਾਹਰ ਤੇ ਕਦੇ ਤਾਂ ਭਾਲਦੇ ਫਿਰਦੇ ਨੇ ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ ਜਾਂ ਚਰਚਾਂ ਦੇ ਵਿੱਚ। ਅਸਲੀ ਰੱਬ ਹੈ ਕਿੱਥੇ? ਇਹ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਆ। ਮੇਰੇ ਨਾਲ ਮੇਰੇ ਵੀਰ ਬਲਰਾਜ ਸਿੰਘ ਜੀ ਚੀਮਾ ਹਾਜ਼ਰ ਨੇ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਇਸ ਵਿਸ਼ੇ ਤੇ ਮੁੱਦੇ ਉੱਤੇ ਉਹਨਾਂ ਨਾਲ ਕਰਦੇ ਹਾਂ ਵਿਚਾਰਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੀਮਾ ਸਾਹਿਬ, ਜਿੱਦਾਂ ਸੁਣਿਆ ਵੀ ਰੱਬ ਕਿੱਥੇ ਵਸਦਾ? ਹਾਂਜੀ, ਰੱਬ ਨੂੰ ਆਪਾਂ ਦੌੜੇ ਫਿਰਦੇ ਹਾਂ ਵੀ ਰੱਬ ਨੂੰ ਆਪਾਂ ਕਿੱਥੇ ਭਾਲੀਏ, ਕਿੱਥੇ ਦੇਖੀਏ। ਹਾਂਜੀ, ਤੁਸੀਂ ਇਹਦੇ ਬਾਰੇ ਕਹੋਗੇ ਰੱਬ ਕੀ ਚੀਜ਼ ਕੀ ਆ? ਇਹਦੇ ਵਿੱਚ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹ ਆ ਵੀ ਹਰ ਇੱਕ ਜਿਸ ਤਰ੍ਹਾਂ ਜਦੋਂ ਤੋਂ ਇਹ ਸੰਸਾਰ ਸ਼ੁਰੂ ਹੋਇਆ ਜੀ, ਮਨੁੱਖ ਦੇ ਵਿੱਚ ਇੱਕ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਚੇਤਨਤਾ ਆਮ ਜੀਵਾਂ ਨਾਲੋਂ ਵੱਖ ਸੀਗੀ, ਵਾਧੂ ਸੀਗੀ ਇੱਕ ਚੀਜ਼। ਉਸ ਵੱਧ ਚੇਤਨਤਾ ਦੇ ਕਾਰਨ ਇਨਸਾਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤੇ ਜਿਹੜੇ ਸੂਝਵਾਨ ਲੋਕ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜੀ, ਜਿਨ੍ਹਾਂ ਤੋਂ ਹੌਲੀ ਹੌਲੀ ਧਰਮ ਹੋਂਦ ਵਿੱਚ ਆਏ ਜੀ। ਤੇ ਇਹਦੇ ਵਿੱਚ ਸੁਭਾਵਿਕ ਸੀ ਕਿ ਲੋਕਾਂ ਨੇ ਸਵਾਲ ਇਹ ਵੀ ਹੌਲੀ ਹੌਲੀ ਜਿਹੜੀ ਚੀਜ਼, ਜਿਹੜਾ ਇਹ ਵਰਤਾਰਾ ਸਾਰਾ ਚੱਲ ਰਿਹਾ ਆ, ਉਸ ਵਰਤਾਰਾ ਕਿਹਦੀ ਰਜਾ ਵਿੱਚ ਚੱਲ ਰਿਹਾ ਆ ਜੀ। ਤੇ ਸੋ ਧਰਮਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਰੱਬ ਦੀ ਵੀ ਵਿਆਖਿਆ ਕੀਤੀ ਆ। ਤੇ ਜੇ ਅਸੀਂ ਦੇਖੀਏ ਲਗਭਗ ਹਰ ਇੱਕ ਧਰਮ ਦੇ ਵਿੱਚ ਇਹੀ ਕਿਹਾ ਜਾਂਦਾ ਵੀ ਪਰਮਾਤਮਾ ਇੱਕ ਹੈ। ਹਾਂਜੀ, ਇਸਲਾਮ ਦੇ ਮੁਤਾਬਕ ਵੀ ਭਈ ਅੱਲਾ ਇੱਕ ਆ। ਬਿਲਕੁਲ ਜੀ। ਤੇ ਕ੍ਰਿਸਚਨਾਂ ਦੇ ਮੁਤਾਬਕ ਵੀ ਗੋਡ ਇੱਕੋ ਹੀ ਆ, ਇੱਕੋ ਹੀ ਮੰਨਿਆ ਜਾਂਦਾ ਸਾਰੇ ਧਰਮਾਂ 'ਚ। ਬਿਲਕੁਲ ਤੇ ਸਹੀ ਗੱਲ। ਉਹਨਾਂ ਦਾ ਨਾਮ ਵੱਖੋ ਵੱਖਰਾ ਪਰ ਰੱਬ ਇੱਕੋ ਹੀ ਆ। ਤੇ ਉਹਨਾਂ ਨੂੰ ਜੋ ਵੀ ਵਰਤਾਰਾ ਇੱਥੇ ਹੋ ਰਿਹਾ, ਜਿਹੜੀ ਸ੍ਰਿਸ਼ਟੀ ਚੱਲ ਰਹੀ ਆ, ਉਹਦੇ ਵਿੱਚ ਚਾਹੇ ਗ੍ਰਹਿ, ਚਾਹੇ ਕੁਛ ਵੀ, ਜਿਹੜੀ ਵੀ ਚੀਜ਼ ਆ, ਜੋ ਇਨਸਾਨੀ ਜਨਮ ਲੈਣਾ, ਜੋ ਜੀਵ ਜੰਤੂ ਪੈਦਾ ਹੋ ਰਹੇ ਆ, ਉਹ ਧਰਮਾਂ ਦੇ ਮੁਤਾਬਕ ਇਹ ਮੰਨਿਆ ਜਾਂਦਾ ਆ ਕਿ ਇਹ ਸਾਰਾ ਕੁਛ ਉਸ ਇੱਕ ਕੋਈ ਜਿਹੜੀ ਸ਼ਕਤੀ ਆ ਉਹਦੇ ਮੁਤਾਬਕ ਚੱਲ ਰਿਹਾ ਹੈ, ਉਹਦੇ ਅਧੀਨ ਚੱਲ ਰਿਹਾ। ਕੋਈ ਪਿੱਛੇ ਚੀਜ਼ ਹੈ, ਇਹੋ ਜਿਹੀ ਕੋਈ ਤਾਕਤ ਹੈ ਜਿਹਦੇ ਆਧਾਰ ਤੇ ਚੱਲ ਰਿਹਾ, ਤੇ ਉਸ ਤਾਕਤ ਨੂੰ ਰੱਬ ਕਿਹਾ ਜਾਂਦਾ ਆ। ਕੋਈ ਉਸ ਨੂੰ ਰੱਬ, ਕੋਈ ਪਰਮਾਤਮਾ, ਕੋਈ ਵਾਹਿਗੁਰੂ ਜਾਂ ਕੋਈ ਗੋਡ ਜਾਂ ਕੋਈ ਅੱਲਾ, ਉਹ ਵੱਖਰੋ ਵੱਖਰੇ ਨਾਂ ਦਿੱਤੇ ਆ। ਪਰ ਐਂਡ ਦੇ ਵਿੱਚ ਮੰਨਣਾ ਸਾਰਿਆਂ ਦਾ ਇਹੀ ਆ ਵੀ ਰੱਬ ਇੱਕ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ ਗੱਲ ਚੀਮਾ ਸਾਹਿਬ ਤੁਸੀਂ ਕਿ ਰੱਬ ਇੱਕ ਹੈ। ਉਹਦੇ ਰੂਪ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਵੱਖਰੇ ਵੱਖਰੇ ਜਿਹੜੇ ਸਾਡੇ ਇਨਸਾਨਾਂ ਅਨੁਸਾਰ ਜਿਹੜੇ ਹਰ ਧਰਮ ਦੇ ਨਾਲ ਜਿਹੜੇ ਮੰਨੇ ਜਾਂਦੇ ਆ, ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਜਿੱਦਾਂ ਆਪਣੇ ਧਰਮ ਦੇ ਅਨੁਸਾਰ ਇਹਨੂੰ ਪੁਕਾਰਦੇ ਨੇ। ਪਰ ਦੇਖਿਆ ਜਾਵੇ ਚੀਮਾ ਸਾਹਿਬ, ਇਹ ਰੱਬ ਨੂੰ ਹੁਣ ਪਾਇਆ ਕਿੱਦਾਂ ਜਾ ਸਕਦਾ? ਦੇਖੋ ਜੀ, ਪਾਉਣਾ ਜਿਹੜਾ ਹੁਣ, ਜੇ ਤਾਂ ਅਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਕਿਸੇ ਵੀ ਧਰਮ ਨੂੰ ਆ, ਉਹਦੇ ਵਿੱਚ ਜਿਹੜਾ ਧਰਮ ਨੂੰ ਪਾਉਣਾ, ਅਸਲ ਦੇ ਵਿੱਚ ਜਿਹੜਾ ਰੱਬ ਨੂੰ ਪਾਉਣਾ, ਉਹਦੀ ਰਜਾ ਦੇ ਵਿੱਚ ਆਉਣ ਨੂੰ ਹੀ ਰੱਬ ਨੂੰ ਪਾਉਣਾ ਕਿਹਾ ਜਾਂਦਾ ਆ। ਕਿਉਂਕਿ ਇੱਕ ਜਿਹੜਾ ਲਾਅ ਆਫ ਨੇਚਰ ਕੋਈ ਉਸ ਨੂੰ ਕਹਿ ਦਿੰਦਾ, ਜਿਹੜਾ ਇੱਕ ਵਿਧਾਨ ਚੱਲ ਰਿਹਾ ਕੁਦਰਤ ਦਾ, ਅਗਰ ਜੇ ਉਹਦੇ ਉਸ ਚੀਜ਼ ਨੂੰ ਅਸੀਂ ਮੰਨ ਕੇ ਚੱਲਾਂਗੇ, ਜਿਸ ਤਰ੍ਹਾਂ ਸਿੱਖੀ ਦੇ ਵਿੱਚ ਭਾਣਾ ਮੰਨਣਾ ਕਹਿ ਦਿੱਤਾ ਜਾਂਦਾ ਆ। ਭਾਣਾ ਇਕੱਲਾ ਇਹ ਨਹੀਂ, ਜਿਸ ਤਰ੍ਹਾਂ ਸਾਡੇ ਕੋਈ ਮਰਗ ਹੋ ਗਈ ਜਾਂ ਕੁਛ ਮਾੜਾ ਕੰਮ ਹੋ ਗਿਆ ਤਾਂ ਕਹਿਣਾ ਹੁਣ ਭਾਣਾ ਮੰਨਣਾ ਪੈਣਾ ਹੈ। ਸੋ ਇਹ ਜਦੋਂ ਕੁਝ ਚੰਗਾ ਹੁੰਦਾ ਫਿਰ ਵੀ ਭਾਣਾ ਮੰਨਣਾ ਅਸੀਂ ਮੰਨਦੇ ਹਾਂ, ਪਰ ਉਦੋਂ ਸਾਨੂੰ ਦੁੱਖ ਨਹੀਂ ਹੁੰਦਾ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ। ਸੋ ਰੱਬ ਨੂੰ ਪਾਉਣਾ ਅਸਲ ਦੇ ਵਿੱਚ ਜਦੋਂ ਅਸੀਂ ਉਹਦੇ ਵਿਧਾਨ ਦੇ ਵਿੱਚ ਆ ਜਾਂਦੇ ਆ, ਜਦੋਂ, ਕਿਉਂਕਿ ਹਰ ਸ੍ਰਿਸ਼ਟੀ ਜਿੱਦਾਂ ਜੋ ਵੀ ਸ੍ਰਿਸ਼ਟੀ ਦੇ ਵਿੱਚ ਉਪਜਿਆ ਆ ਉਹ ਬਿਨਸਨਾ ਵੀ ਆ। ਜਦੋਂ ਅਸੀਂ ਇਸ ਚੀਜ਼ ਨੂੰ ਮੰਨ ਲਿਆ ਤੇ ਅਸੀਂ ਜਿਹੜੀ ਚੀਜ਼ ਇਸ ਦੁਨੀਆ ਤੇ ਆਈ ਆ ਉਸਨੇ ਇੱਕ ਦਿਨ ਜਾਣਾ ਵੀ ਆ। ਜਦੋਂ ਅਸੀਂ ਇਸ ਚੀਜ਼ ਨੂੰ ਵੀ ਮੰਨ ਲਿਆ ਕਿ ਇਹ ਅਟੱਲ ਸੱਚਾਈ ਆ, ਜਦੋਂ ਅਸੀਂ ਸਾਰੀ ਜੋ ਸ੍ਰਿਸ਼ਟੀ 'ਚ ਚੱਲ ਰਿਹਾ ਕੁਦਰਤ ਦੇ ਤੌਰ ਤਰੀਕਿਆਂ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਉਹ ਹੀ ਰੱਬ ਦਾ ਪਾਉਣਾ ਆ ਅਸਲ ਦੇ ਵਿੱਚ ਜੀ। ਪਰ ਬਿਲਕੁਲ ਇਹ ਰੱਬ ਨੂੰ ਪਾਉਣਾ। ਪਰ ਚੀਮਾ ਸਾਹਿਬ, ਇੱਕ ਗੱਲ ਮੈਂ ਤੁਹਾਨੂੰ, ਇੱਕ ਮੇਰਾ ਕੁਐਸਚਨ ਹੈ ਇੱਥੇ, ਤੇ ਕਈ ਲੋਕ ਹੁਣ ਜਿਹੜੇ ਕਹਿੰਦੇ ਰੱਬ ਨਾਂ ਦੀ ਕੋਈ ਚੀਜ਼ ਹੀ ਨਹੀਂ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਜੋ ਹੁਣ ਇਹ ਵੀ ਆਪੋ ਆਪਣੀ ਇੱਕ ਸੋਚ ਇਸ ਨੂੰ ਅਸੀਂ ਕਹਿ ਸਕਦੇ ਹਾਂ, ਕਿਉਂਕਿ ਹਰ ਕੋਈ ਇਨਸਾਨ ਨੂੰ ਇੱਕ ਜਿਹੜਾ ਜਿਹਦੀ ਆਪਾਂ ਗੱਲ ਕੀਤੀ ਪਈ ਚੇਤਨਤਾ ਆ, ਚੇਤਨਤਾ ਦੇ ਨਾਲ ਸਵਾਲ ਉੱਠਣੇ ਸੁਭਾਵਿਕ ਆ, ਤੇ ਸਵਾਲਾਂ ਦਾ ਉੱਤਰ ਲੈ ਕੇ ਸਮਝ ਲੈਣਾ ਉਹ ਇੱਕ ਵਿਸ਼ਾ ਬਣ ਜਾਂਦਾ ਆ। ਪਰ ਦੂਸਰੇ ਪਾਸੇ ਇਹ ਆ ਵੀ ਸਵਾਲ ਉੱਠਣੇ ਵੀ ਆ ਤੇ ਸਵਾਲਾਂ ਅਸੀਂ ਕਰਨੇ ਵੀ ਆ, ਤੇ ਸਵਾਲਾਂ ਦੇ ਉੱਤਰਾਂ ਦੇ ਨਾਲ ਸੈਟੀਸਫਾਈ ਵੀ ਨਹੀਂ ਹੋਣਾ। ਬਿਲਕੁਲ ਮੈਂ ਨਾ ਮਾਨੂੰ ਵਾਲੀ ਗੱਲ ਕਰਨੀ ਆ। ਤੇ ਉੱਥੇ ਅਸੀਂ ਉਹਨਾਂ
ਇਨਸਾਨਾਂ ਦਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਪਰ ਹਾਂ, ਰਹੀ ਗੱਲ ਪਈ ਜੇ ਅਸੀਂ ਕੋਈ ਤੁਹਾਨੂੰ ਪਰਮਾਤਮਾ ਦੀ ਡੈਫੀਨੇਸ਼ਨ, ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਕਰਦੇ ਅਸੀਂ ਇਹ ਗੱਲਾਂ ਕਰਦੇ ਆ ਆਮ, ਕਿਉਂਕਿ ਅਸੀਂ ਕੋਈ ਏਡੇ ਵਿਦਵਾਨ ਨਹੀਂ, ਪਰ ਅਸੀਂ ਜੋ ਇਸ ਸੰਸਾਰ ਚੋਂ ਜਾਂ ਜੋ ਧਾਰਮਿਕ ਗ੍ਰੰਥਾਂ ਵਿੱਚੋਂ ਜੋ ਪੜ੍ਹਿਆ, ਜੋ ਸਿੱਖਿਆ, ਤੇ ਕੋਸ਼ਿਸ਼ ਆ ਸਾਡੀ ਕਿ ਅਸੀਂ ਉਹ ਗੱਲ ਕਰੀਏ ਤੇ ਤਾਂ ਜੋ ਆਮ ਲੋਕਾਂ ਤੱਕ ਪਹੁੰਚੇ। ਪਰ ਜੇ ਕੋਈ ਇਸ ਨੂੰ ਡੀਪਲੀ ਸਰਚ ਕਰਨਾ ਚਾਹੁੰਦਾ ਤੇ ਧਾਰਮਿਕ ਗ੍ਰੰਥ, ਵੱਡੇ ਵੱਡੇ ਵਿਦਵਾਨਾਂ ਦੀਆਂ ਕਿਤਾਬਾਂ ਉਹ ਭਰੀਆਂ ਪਈਆਂ ਤੇ ਇੱਕ ਲੰਬਾ ਸਟੱਡੀ ਦਾ ਵਿਸ਼ਾ ਹੈ। ਜਿੱਦਾਂ ਤੁਸੀਂ ਕਿਹਾ ਵੀ ਵਿਦਵਾਨਾਂ ਦੀਆਂ ਕਿਤਾਬਾਂ ਭਰੀਆਂ, ਉਹ ਇੱਕ ਦੂਜੇ ਦੇ ਨਾਲ ਵਿਚਾਰ ਹੀ ਨਹੀਂ ਮਿਲਦੇ। ਨਹੀਂ ਜੀ, ਜੇ ਹੁਣ ਦੇਖੋ ਸਮਾਜ ਦੇ ਵਿੱਚ ਅਗਰ ਜੇ ਅਸੀਂ ਐਗਜ਼ਾਮਪਲ ਦੇ ਤੌਰ ਤੇ ਅਸੀਂ ਕੋਈ ਚੀਜ਼ ਵੀ ਖਰੀਦਣ ਚਲੇ ਜਾਈਏ ਬਾਜ਼ਾਰ ਦੇ ਵਿੱਚੋਂ, ਜੇ ਕੋਈ ਪਿਆਜ਼ ਹੀ ਖਰੀਦਣ ਚਲੇ ਜਾਈਏ, ਉਹ ਵੀ ਤੁਹਾਨੂੰ ਸੇਮ ਨਹੀਂ ਮਿਲਣੇ, ਉਹਦੇ ਵਿੱਚੋਂ ਵੀ ਤੁਹਾਨੂੰ ਚੁਗਣੇ ਪੈਣੇ ਜੇ ਚੰਗੀ ਚੀਜ਼ ਆ। ਤੇ ਚੁਗਣ ਵਾਸਤੇ ਤੁਸੀਂ ਇੱਕ ਖੁਸ਼ਕਿਸਮਤ ਹੋ, ਜਿਹੜੇ ਜਿਸ ਤਰ੍ਹਾਂ ਵੀ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਤਾਂ ਖੁਸ਼ਕਿਸਮਤ ਆ, ਸਾਡੇ ਕੋਲ ਇੱਕ ਪਾਰਸ ਇਹੋ ਜਿਹਾ ਜਿਹੜਾ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ, ਤੇ ਉਹਦੀ ਗੁਰਬਾਣੀ ਦੇ ਆਧਾਰ ਨਾਲ ਜਿਹੜੀ ਚੀਜ਼ ਉਸ ਦੀ ਕਸਵੱਟੀ ਤੇ ਪਰਖ ਕੇ ਖਰੀ ਉਤਰਦੀ ਆ, ਤੇ ਉਸ ਚੀਜ਼ ਨੂੰ ਅਸੀਂ ਉਹਨਾਂ ਵਿਚਾਰਾਂ ਨੂੰ ਲੈ ਕੇ ਗਾਂ ਖੋਜਾਂਗੇ ਤਾਂ ਸਾਨੂੰ ਉਹਦੇ ਵਿੱਚੋਂ ਸਾਰਾ ਕੁਝ ਮਿਲ ਸਕਦਾ ਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅਗਰ ਜੇ ਅਸੀਂ ਉਸ ਬਾਣੀ ਨੂੰ ਪੜ੍ਹ ਕੇ ਦੇਖੀਏ ਤੇ ਲਗਭਗ ਸਾਡੀ ਸੰਤੁਸ਼ਟੀ ਹੋ ਜਾਂਦੀ ਆ। ਪੂਰਾ ਗੁਰੂ ਗ੍ਰੰਥ ਸਾਹਿਬ ਨਹੀਂ, ਜਦੋਂ ਅਸੀਂ ਸਟਾਰਟ ਕਰਦੇ ਅਗਰ ਜੇ ਜਪਜੀ ਸਾਹਿਬ ਨੂੰ ਅਰਥਾਂ ਸਮੇਤ ਅਸੀਂ ਸਮਝ ਲਈਏ, ਮੈਨੂੰ ਨਹੀਂ ਲੱਗਦਾ ਕੋਈ ਭੁਲੇਖਾ ਰਹਿ ਜਾਂਦਾ ਆ। ਪਰ ਉਸ ਤੋਂ ਬਾਅਦ ਜੇ ਅਸੀਂ ਵਿਦਵਾਨਾਂ ਦੀਆਂ ਰਾਏ ਵੀ ਪੜ੍ਹਨੀਆਂ, ਉਹਨਾਂ ਦੇ ਨਾਲ ਆਪਣੇ ਜ਼ਰੂਰੀ ਨਹੀਂ ਹਰ ਚੀਜ਼ ਨੂੰ ਪੜ੍ਹ ਕੇ ਅੱਖਾਂ ਬੰਦ ਕਰਕੇ ਮੰਨ ਲੈਣਾ, ਪਰ ਜਦੋਂ ਤੁਸੀਂ ਕਿਸੇ ਵੀ ਕਿਤਾਬ ਨੂੰ, ਕਿਸੇ ਵੀ ਵਿਦਵਾਨਾਂ ਦੀ ਕਿਤਾਬਾਂ ਨੂੰ ਜਦੋਂ ਤੁਸੀਂ ਅੱਖਾਂ ਖੋਲ ਕੇ ਪੜ੍ਹੋਗੇ ਤੇ ਤੁਹਾਨੂੰ ਵਿੱਚੋਂ ਸ਼ਾਂਤੀ ਕਰਨੀ ਆ ਜਾਵੇਗੀ ਕਿਹੜਾ ਸਹੀ ਆ ਤੇ ਕਿਹੜਾ ਗਲਤ ਆ। ਜੀ ਮਤਲਬ ਦੇਖਿਆ ਜਾਵੇ ਵਿਦਵਾਨਾਂ ਦੀਆਂ ਵੀ ਬਹੁਤ ਕਿਸਮਾਂ ਨੇ। ਹੁਣ ਦੇਖਿਆ ਜਾਵੇ ਪਹਿਲਾਂ ਅੱਜ ਤੋਂ ਕੁਝ ਸਮੇਂ ਬਾਅਦ ਕੁਝ ਇਹੋ ਜਿਹੇ ਸਾਡੇ ਜਿਹੜੇ ਧਰਮ ਦੇ ਵਿੱਚ ਵਿਦਵਾਨ ਮੌਜੂਦ ਨੇ ਜੋ ਆਪਣੇ ਆਪ ਨੂੰ ਰੱਬ ਦਾ ਅਹੁਦਾ ਦਿੰਦੇ ਨੇ। ਸਭ ਕਲੀਅਰ ਗੱਲ ਕਹੂੰਗਾ ਕਿ ਉਹ ਕਹਿੰਦੇ ਵੀ ਰੱਬ ਦੇ ਅਸੀਂ ਬਰਾਬਰ ਹੀ ਬੈਠੇ ਆ। ਤੇ ਦੇਖਿਆ ਜਾਵੇ ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਉਹਨਾਂ ਦੀਆਂ ਜਿਹੜੀ ਵਿਦਵਾਨੀ ਸੀ ਉਹ ਦੇਖਿਆ ਕੁਝ ਹੋਰ ਸੀ, ਤੇ ਹੁਣ ਜੇ ਸਮੇਂ ਦੇ ਅਨੁਸਾਰ ਉਹ ਕਿੱਦਾਂ ਚੇਂਜਸ ਆ ਗਈਆਂ। ਇਹ ਵੀ ਗੱਲ ਇੱਕ ਸੋਚਣਾ ਵਿਚਾਰਨ ਵਾਲੀ। ਵਿਦਵਾਨਾਂ ਦੇ ਜਿਹੜੇ ਵਿੱਚ ਜਿਹੜੇ ਆਪਣੇ ਉਹ ਲੌਜਿਕ ਹੈ, ਇੱਕੋ ਹੀ ਅਸੂਲ ਉਹਨਾਂ ਦਾ ਹੋਣਾ ਚਾਹੀਦਾ, ਇੱਕੋ ਹੀ ਰਸਤਾ ਹੋਣਾ ਚਾਹੀਦਾ। ਪਰ ਵਿਦਵਾਨਾਂ ਦੇ ਸਮੇਂ ਅਨੁਸਾਰ ਉਹ ਉਹਨਾਂ ਨੂੰ ਵੀ ਬਦਲਣਾ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਦੇਖੋ ਜੀ, ਇਹ ਜਦੋਂ ਤਾਂ ਅਸੀਂ ਕਿਸੇ ਵੀ ਧਰਮ ਦੇ ਵਿੱਚ ਵਪਾਰ ਸਮਝ ਕੇ ਉਹਦੇ ਵਿੱਚ ਐਂਟਰ ਹੁੰਨੇ ਆ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀਗੀ ਭਈ ਧਾਰਮਿਕ ਜਿਹੜੀਆਂ ਚਾਹੇ ਕੋਈ ਧਰਮ ਆ ਉਹ ਤੁਹਾਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਤੁਹਾਨੂੰ ਉਸਨੇ ਇਸ ਸ੍ਰਿਸ਼ਟੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਦੇ ਵਿੱਚ ਸਮੇਂ ਦੇ ਮੁਤਾਬਕ ਥੋੜਾ ਬਹੁਤਾ ਜਿਹੜਾ ਉਹ ਫਰਕ ਹੋ ਸਕਦਾ, ਕਿਉਂਕਿ ਜਿਹੜੀ ਅੱਜ ਤੋਂ ਪਹਿਲਾਂ 2000 ਸਾਲ ਪਹਿਲਾਂ ਚੀਜ਼ ਹੋਈ ਆ, ਉਹ ਜਿਹੜੀ ਅੱਜ ਚੀਜ਼ ਦੇ ਨਾਲ ਕੁਝ ਚੀਜ਼ਾਂ ਹੈ ਕਿ ਅੱਜ ਸਵਾਲ ਜਿਹੜੇ ਉਹ ਤੁਹਾਡੇ ਜ਼ਿਆਦਾ ਉਪਜੇ ਆ ਤੁਹਾਡੇ ਮਨਾਂ ਵਿੱਚ। ਜਿਸ ਤਰ੍ਹਾਂ ਅਸੀਂ 2000 ਜਾਂ 4000 ਸਾਲ ਪਹਿਲੇ ਧਰਮ ਦਾ ਦੇਖਾਂਗੇ, ਉਸ ਤੋਂ ਬਾਅਦ ਜੇ ਅਸੀਂ ਸਿੱਖ ਧਰਮ ਨੂੰ ਜਿਹੜਾ ਕਿ ਲੇਟੈਸਟ ਧਰਮ ਆ ਉਹਨੂੰ ਦੇਖਾਂਗੇ ਤੇ ਸੁਭਾਵਿਕ ਆ ਇਹਦੇ ਵਿੱਚੋਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜ਼ਿਆਦਾ ਮਿਲਣਗੇ, ਕਿਉਂਕਿ ਉਸ ਟਾਈਮ ਤੱਕ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਹੋ ਚੁੱਕਾ ਸੀ ਤੇ ਉਹ ਤੁਹਾਨੂੰ ਜਵਾਬ ਜ਼ਿਆਦਾ ਮਿਲਦੇ ਆ। ਪਰ ਕੁਝ ਲੋਕ ਸਿਰਫ ਜਿੱਦਾਂ ਜਿਹੜੀਆਂ ਅਸੀਂ ਕਿ ਆਪਣੀਆਂ ਧਰਮ ਨੂੰ ਆਪਣੀਆਂ ਮੰਨਤਾਂ ਮਨਾਉਣ ਤੱਕ ਜਦੋਂ ਸੀਮਤ ਰੱਖ ਲੈਂਦੇ ਆ ਕਿ ਅਸੀਂ ਰੱਬ ਤੋਂ ਕੋਈ ਮੰਨਤ ਮਨਾਉਣੀ ਆ ਤੇ ਉਹ ਮੈਨੂੰ ਲੱਗਦਾ ਕਿ ਮੈਂ ਏਡਾ ਦੁੱਧ ਧੋਤਾ ਨਹੀਂ, ਸੱਚਾ ਸੁਥਰਾ ਨਹੀਂ, ਤੇ ਮੈਂ ਕੋਈ ਇੱਕ ਵਜ਼ੀਰ ਲੱਭਦਾ, ਇੱਕ ਵਿੱਚ ਮੈਨੂੰ ਦਲਾਲ ਚਾਹੀਦਾ, ਇੱਕ ਵਿਚੋਲਾ ਚਾਹੀਦਾ। ਜਦੋਂ ਉਸ ਵਿਚੋਲੇ ਨੂੰ ਪਾ ਕੇ ਅਸੀਂ ਆਪਣੀਆਂ ਅਰਦਾਸਾਂ ਕਰਵਾਉਂਦੇ ਆ ਤੇ ਉਹਦੇ ਵਿੱਚ ਸੁਭਾਵਿਕ ਹੈ ਤੇ ਕੁਝ ਵਿਚੋਲੇ ਉਸ ਚੀਜ਼ ਨੂੰ ਵਪਾਰ ਬਣਾ ਲੈਂਦੇ ਆ ਤੇ ਉਹ ਆਪਣੇ ਵਪਾਰ ਨੂੰ ਚੱਲਦਾ ਰੱਖਣ ਲਈ ਉਹ ਦੇਖਦੇ ਆ ਅੱਜ ਸਾਡੇ ਕਸਟਮਰ ਵੱਧ ਕਿੱਧਰ ਕੀ ਸੋਚਦੇ ਆ, ਉਹ ਉਸ ਹਿਸਾਬ ਨਾਲ ਚੱਲਦੇ। ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਹਵਾ ਬਦਲ ਰਹੀ ਆ, ਲੋਕ ਜਾਗਰੂਕ ਹੋ ਰਹੇ ਆ, ਹੁਣ ਇਹਨਾਂ ਲੋਕਾਂ ਨੂੰ ਆਪਣਾ ਬਿਜ਼ਨਸ ਚਲਾਉਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ, ਤੇ ਉਹ ਆਪਣੇ ਆਪ ਨੂੰ ਸਮੇਂ ਦੇ ਨਾਲ ਚੇਂਜ ਕਰ ਲੈਂਦੇ। ਜੋ ਉਹਨੇ ਆਪਣਾ ਪਹਿਲਾਂ ਕਿਹਾ ਹੁੰਦਾ 20 ਸਾਲ ਪਹਿਲਾਂ, ਉਸ ਚੀਜ਼ ਤੇ ਉਹ ਕਾਂਟਾ ਮਾਰ ਕੇ ਤੇ ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਉਹ ਨਵੇਂ ਪ੍ਰੋਡਕਟ ਆਪਣੇ ਜਿਸ ਤਰ੍ਹਾਂ ਇੱਕ ਵਪਾਰੀ ਪੇਸ਼ ਕਰਦੇ ਤੇ ਉਹ ਵੀ ਇਸ ਤਰ੍ਹਾਂ ਪੇਸ਼ ਕਰ ਦਿੰਦੇ ਹਨ। ਜੀ ਬਿਲਕੁਲ ਜੀ, ਚੀਮਾ ਸਾਹਿਬ ਬਹੁਤ ਵਧੀਆ ਇੱਕ ਤੁਹਾਡੀ ਮੈਨੂੰ ਗੱਲ ਲੱਗੀ, ਜਿੱਦਾਂ ਤੁਸੀਂ ਦੱਸਿਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪਾਰਸ ਆ ਕਿ ਜਿਹਨੂੰ ਟੱਚ ਕਰਦੇ ਹੋ ਉਹਨੂੰ ਸੋਨਾ ਬਣਾ ਸਕਦੇ ਆ। ਸਾਡੇ ਬਹੁਤ ਕਰਮਾਂ ਵਾਲੇ ਆ ਕਿ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਜਨਮ ਲਿਆ ਤੇ ਸਾਡੇ ਕੋਲ
ਬਹੁਤ ਵੱਡੀ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹੋ ਜਿਹੀ ਸ਼ਖਸੀਅਤ ਨੇ ਜਿਸ ਦਾ ਪੜ੍ਹ ਕੇ ਜਿਸ ਤੋਂ ਰਸਤਾ ਸਾਨੂੰ ਆਪਣੇ ਆਪ ਮੰਜ਼ਿਲ ਵਿੱਚ ਲੈ ਜਾਂਦਾ ਆ। ਚੀਮਾ ਸਾਹਿਬ ਆਪਾਂ ਗੱਲ ਕਰੀਏ, ਕੁਝ ਲੋਕ ਆਪਾਂ ਇਕੱਲੇ ਆਪਣੇ ਧਰਮ ਦੀ ਨਹੀਂ ਗੱਲ ਕਰਦੇ, ਕੁਝ ਇੱਥੇ ਯੂਰਪ ਕੰਟਰੀਆਂ ਵਿੱਚ ਹੈਗੀਆਂ ਜਿਹੜੇ ਲੋਕ ਰੱਬ ਤੇ ਵਿਸ਼ਵਾਸ ਨਹੀਂ ਕਰਦੇ, ਚਾਹੇ ਹਾਲੈਂਡ ਦੀ ਕੰਟਰੀ ਹੋਵੇ, ਇੰਨੀ ਵੱਡੀ ਡਿਵੈਲਪ ਕੰਟਰੀ ਆ, ਹਰ ਪੱਖੋਂ ਦੇਖਿਆ ਜਾਵੇ ਉੱਥੇ ਜੇਲ੍ਹਾਂ ਵੀ ਜਿਹੜੀਆਂ ਉਹ ਮਤਲਬ ਉਹਨਾਂ ਨੂੰ ਬੰਦ ਕਰਨੀਆਂ ਪਈਆਂ ਕਿਉਂਕਿ ਉੱਥੇ ਕੈਦੀ ਨਹੀਂ ਸੀ, ਪਰ ਉਹ ਲੋਕ ਵੀ ਧਰਮ 'ਚ ਯਕੀਨ ਨਹੀਂ ਰੱਖਦੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਜੇ ਤਾਂ ਅਸੀਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿਹੜਾ ਇੱਕ ਧਰਮ ਸੀਗਾ ਉਹ ਇੱਕ ਵਿਧਾਨ, ਅਸਲ ਵਿੱਚ ਇੱਕ ਵਿਧਾਨ ਬਣਾਏ ਗਏ ਸੀ ਜਿਹਦੇ ਨਾਲ ਇਹ ਹੀ ਨਹੀਂ ਸੀ ਮਕਸਦ ਵੀ ਸਿਰਫ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ, ਉਹਦੇ ਵਿੱਚ ਨਾਲ ਸਵਾਲਾਂ ਦੇ ਜਵਾਬ ਤੇ ਤੁਹਾਨੂੰ ਇੱਕ ਦਾਇਰੇ ਦੇ ਵਿੱਚ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀਗੀ। ਜਿਸ ਤਰ੍ਹਾਂ ਵੰਡ ਕੇ ਛਕਣਾ ਜਾਂ ਜਿਸ ਤਰ੍ਹਾਂ ਮਾੜੇ ਤੇ ਅਤਿਆਚਾਰ ਨਹੀਂ ਕਰਨਾ, ਪਾਪ ਨਹੀਂ ਕਰਨੇ, ਉਹ ਚੀਜ਼ਾਂ ਇੱਕ ਤੁਹਾਨੂੰ ਸੂਝਵਾਨ ਇਨਸਾਨ ਬਣਾਉਣ ਵਾਸਤੇ ਇੱਕ ਲਾਅ ਵੀ ਬਣਾ ਦਿੱਤਾ ਜਾਂਦਾ ਸੀ, ਧਾਰਮਿਕ ਕਾਨੂੰਨ ਵੀ ਬਣਾ ਦਿੱਤੇ ਜਾਂਦੇ ਸੀਗੇ ਤਾਂ ਜੋ ਤੁਸੀਂ ਸਹੀ ਤਰੀਕੇ ਨਾਲ ਚੱਲ ਸਕੋ। ਪਰ ਜਿਹੜੇ ਡਿਵੈਲਪ ਕੰਟਰੀ ਆ ਇਹਨਾਂ ਦੇ ਵਿੱਚ ਹੌਲੀ ਉਹਨਾਂ ਜਿਹੜੀ ਧਰਮਾਂ ਨੇ ਚੀਜ਼ਾਂ ਬਣਾਈਆਂ ਸੀ ਉਹਨਾਂ ਤੋਂ ਸਿੱਖ ਕੇ ਲੋਕ ਜਦੋਂ ਸੂਝਵਾਨ ਹੋ ਕੇ ਉਹਨੀ ਨਵੇਂ ਤਰੀਕੇ ਦੇ ਨਾਲ ਅੱਜ ਉਹ ਡਿਵੈਲਪ ਹੋ ਚੁੱਕੇ ਆ ਤੇ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਇੱਕ ਕਾਨੂੰਨ ਬਣਾ ਦਿੱਤੇ ਆ ਜਿਹੜੇ ਅੱਜ ਕੱਲ ਕਾਨੂੰਨ ਬਣ ਗਏ। ਹੁਣ ਕਾਨੂੰਨ ਦੇ ਵਿੱਚ ਤੁਸੀਂ ਲਾਓ, ਜੇ ਧਰਮ ਨੇ ਤੁਹਾਨੂੰ ਇਹ ਕਿਹਾ ਕਿ ਤੁਸੀਂ ਵੰਡ ਕੇ ਛਕਣਾ ਤੇ ਕਾਨੂੰਨ ਨੇ ਕੀ ਕੀਤਾ, ਕਾਨੂੰਨ ਨੇ ਉਹੀ ਚੀਜ਼ ਵੱਖਰੇ ਤਰੀਕੇ ਨਾਲ ਤੁਹਾਡੇ ਤੇ ਲਾਗੂ ਕਰ ਦਿੱਤੀ। ਤੁਸੀਂ ਕੰਮ ਕਰਦੇ, ਤੁਸੀਂ ਵੀਕ ਦਾ 700-800 ਪਾਉਂਡ ਬਣਾਉਣੇ ਆ, ਇੱਕ ਬੰਦਾ ਕੰਮ ਕਰਦਾ ਉਹ ਵੀਕ ਦਾ 200-250 ਪਾਉਂਡ ਬਣਾਉਂਦਾ ਤੇ ਇੱਕ ਬੰਦਾ ਜਿਹਦੇ ਕੋਲ ਰੋਜ਼ਗਾਰ ਹੈ ਨਹੀਂ, ਉਹ ਬਿਮਾਰ ਆ ਜਾਂ ਉਹਦੇ ਸੱਟ ਚੋਟ ਲੱਗੀ, ਉਹ ਵਿਹਲਾ ਬੈਠਾ। ਹੁਣ ਗਵਰਨਮੈਂਟ ਨੇ ਕਾਨੂੰਨ 'ਚ ਕੀ ਬਣਾਇਆ, 700-800 ਵਾਲੇ ਤੋਂ ਜ਼ਿਆਦਾ ਟੈਕਸ, 200-250 ਵਾਲੇ ਤੋਂ ਘੱਟ ਟੈਕਸ, ਉਹ ਸਾਰਾ ਕੱਟ ਕਟਾ ਕੇ ਉਹ ਉਸ ਬੰਦੇ ਨੂੰ ਦੇ ਦਿੱਤਾ ਜਿਹੜਾ ਵਿਚਾਰਾ ਕੋਈ ਬਿਮਾਰ ਆ ਜਾਂ ਕੋਈ ਸਰੀਰਕ ਪ੍ਰੋਬਲਮ ਜਾਂ ਕੋਈ ਸੱਟ ਚੋਟ ਲੱਗ ਗਈ। ਸੋ ਐਂਡ ਦੇ ਵਿੱਚ ਇਹ ਇੱਕ ਵੰਡ ਕੇ ਛਕਣ ਵਾਲਾ ਸਿਸਟਮ ਆ ਗਿਆ। ਆਇਆ ਕਿੱਥੋਂ ਆਇਆ? ਤੇ ਧਰਮਾਂ ਦੇ ਵਿੱਚੋਂ ਆ। ਇਸੇ ਤਰ੍ਹਾਂ ਕਾਨੂੰਨ ਬਣਾ ਦਿੱਤੇ ਗਏ ਤੇ ਕਾਨੂੰਨ ਬਣਾਉਣ ਦੇ ਨਾਲ ਅੱਜ ਜਦੋਂ ਤੁਸੀਂ ਉਹਨਾਂ ਕਾਨੂੰਨਾਂ ਨੂੰ ਫੋਲੋ ਕਰਦੇ ਆ ਤੇ ਤੁਸੀਂ ਆਟੋਮੈਟਿਕਲੀ ਉਹ ਧਰਮ ਦੇ ਦਾਇਰੇ ਵਿੱਚ ਆ ਜਾਂਦੇ ਆ। ਰਹੀ ਗੱਲ ਰੱਬ ਨੂੰ ਮੰਨਣ ਦੀ, ਹੁਣ ਕੋਈ ਵੀ ਜਦੋਂ ਤੁਹਾਨੂੰ ਚੰਗੀ ਰੋਟੀ ਮਿਲਦੀ ਆ, ਤੁਹਾਨੂੰ ਸਾਰਾ ਕੁਝ ਤੁਹਾਡੀ ਜੇਬ ਦੇ ਵਿੱਚ ਆ, ਤੁਸੀਂ ਜਨਮ ਹੀ ਇੱਕ ਚੰਗੇ ਕੰਟਰੀ ਦੇ ਵਿੱਚ ਲਿਆ ਤੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਤੇ ਸੁਭਾਵਿਕ ਆ ਕਿ ਤੁਸੀਂ ਹਰ ਉਸ ਚੀਜ਼ ਨੂੰ ਭੁੱਲਣਾ ਸ਼ੁਰੂ ਕਰ ਦਵੋ। ਅਗਰ ਬੱਚੇ ਨੂੰ ਜੰਮਦੇ ਨੂੰ ਸਰਕਾਰ ਪਾਲ ਪੋਸ਼ ਰਹੀ, ਸਾਰਾ ਕੁਝ ਸਰਕਾਰ ਕਰ ਰਹੀ, ਹੋ ਸਕਦਾ ਉਹ ਆਪਣੇ ਪਿਓ ਨੂੰ ਵੀ ਭੁੱਲ ਜਾਵੇ ਵੱਡਾ ਹੋ ਕੇ, ਹੋ ਸਕਦਾ ਉਹਨੂੰ ਲੋੜ ਨਾ ਪਵੇ ਇਹ ਵੀ ਪੁੱਛਣ ਦੀ ਵੀ ਮੇਰਾ ਪਿਓ ਕੌਣ ਸੀਗਾ, ਕਿਉਂਕਿ ਉਸ ਨੂੰ ਸਾਰਾ ਕੁਝ ਮਿਲ ਰਿਹਾ। ਪਿਓ ਦੀ ਉਹਨੂੰ ਜ਼ਰੂਰਤ ਕਦ ਪੈਣੀ ਸੀ, ਜਦੋਂ ਉਹਨੂੰ ਰੋਟੀ ਪਾਣੀ ਪਾਲਣ ਪੋਸ਼ਣ ਦੀ ਜ਼ਰੂਰਤ ਸੀਗੀ। ਸੋ ਇਸ ਕਰਕੇ ਹੈ ਪਿੱਛੋਂ ਸਾਰਾ ਜੋ ਧਰਮਾਂ ਨੇ ਚਲਾਇਆ, ਪਰ ਉਹਨਾਂ ਚੀਜ਼ਾਂ ਨੂੰ ਕਾਨੂੰਨ ਬਣਾ ਕੇ ਤੁਹਾਡੇ ਤੇ ਰੱਖਤਾ। ਫਰਕ ਇੰਨਾ ਕਿ ਧਰਮ ਤੁਹਾਨੂੰ ਅੰਦਰੋਂ ਸੱਚੇ ਬਣਾਉਂਦਾ ਤੇ ਕਾਨੂੰਨ ਤੋਂ ਤੁਸੀਂ ਡਰਦੇ ਸੱਚੇ ਬਣ ਜਾਂਦੇ ਆ। ਤੁਹਾਡੇ ਅੰਦਰ ਮੈਲ ਹੋ ਸਕਦੀ ਪਰ ਕਾਨੂੰਨ ਤੋਂ ਡਰਦੇ ਤੁਸੀਂ ਮਾੜਾ ਕੰਮ ਨਹੀਂ ਕਰਦੇ, ਪਰ ਅੰਦਰ ਤੁਹਾਡੇ ਮੈਲ ਹੋ ਸਕਦੀ, ਪਰ ਧਰਮ ਤੁਹਾਡੇ ਅੰਦਰੋਂ ਮੈਲ ਕੱਢਣ ਦੀ ਗੱਲ ਕਰਦਾ ਆ। ਸੋ ਜਿੱਦਾਂ ਦੇ ਤੁਸੀਂ ਅੰਦਰੋਂ ਆ ਉਦਾਂ ਦੇ ਤੁਹਾਨੂੰ ਬਾਹਰੋਂ ਉਹ ਬਣਾਉਣ ਦੀ ਕੋਸ਼ਿਸ਼ ਕਰਦਾ ਆ। ਬਿਲਕੁਲ ਬਣਾਉਣ ਦੀ ਕੋਸ਼ਿਸ਼ ਕਰਦਾ। ਬਹੁਤ ਵਧੀਆ ਗੱਲ ਚੀਮਾ ਸਾਹਿਬ ਤੁਸੀਂ ਇਹ ਕੀਤੀ ਆ। ਇੱਕ ਅੱਜ ਜਿਵੇਂ ਅਸੀਂ ਗੁਰੂ ਘਰ ਗਏ ਸੀਗੇ ਤਾਂ ਉੱਥੇ ਜੀ ਸਾਨੂੰ ਮੇਰੇ ਸੱਜਣ ਇੱਕ ਮਿਲੇ, ਉਹਨਾਂ ਨੇ ਕਿਹਾ ਜੀ, ਕਹਿੰਦੇ ਵੀ ਜੇ ਤੁਸੀਂ ਬਾਹਰੋਂ ਕੰਮ ਕੋਈ ਗਲਤ ਕੰਮ ਕਰਕੇ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਤਾਂ ਭੁੱਲ ਬਖਸ਼ਾ ਲਓਗੇ ਤਾਂ ਉਹ ਬਖਸ਼ੀ ਜਾਊਗੀ ਤੇ ਗੁਰੂ ਮਹਾਰਾਜ ਸਭ ਬਖਸ਼ਣ ਦੇ ਯੋਗ ਆ, ਸਭ ਨੂੰ ਖੁਸ਼ੀਆਂ ਬਖਸ਼ਦਾ, ਉਹ ਬਖਸ਼ ਦਊਗਾ। ਪਰ ਜੇ ਤੁਸੀਂ ਗੁਰੂ ਘਰ ਦੇ ਅੰਦਰ ਰਹਿ ਕੇ ਕੋਈ ਇਹੋ ਜਿਹਾ ਗਲਤ ਕੰਮ ਕਰਦੇ ਹੋ ਤਾਂ ਫੇਰ ਬਖਸ਼ਾਉਣਾ ਕਿੱਥੇ ਜਾ ਕੇ? ਇਹ ਵੀ ਗੱਲ ਸੋਚਣ ਵਾਲੀ ਹੈ। ਇਸ ਕਰਕੇ ਧਰਮ ਨੂੰ ਆੜ ਲੈ ਕੇ ਇਹੋ ਜਿਹਾ ਆਪਾਂ ਕੰਮ ਕੋਈ ਨਾ ਕਰੀਏ ਜੇ ਸਾਨੂੰ ਜਿਹੜਾ ਸ਼ਰਮ ਦੇ ਨਾਲ ਸਿਰ ਝੁਕਾਉਣਾ ਪੈ ਜੇ। ਸਾਇੰਸ ਦੇ ਅਨੁਸਾਰ ਚੀਮਾ ਸਾਹਿਬ ਤੁਸੀਂ ਕੀ ਕਹੋਗੇ, ਸਾਇੰਸ ਕੀ ਕਹਿੰਦੀ ਰੱਬ ਦੇ ਬਾਰੇ? ਦੇਖੋ ਜੀ, ਸਾਇੰਸ ਦਾ ਜਿਹੜਾ ਇੱਕ ਸਾਇੰਟਿਸਟ ਦਾ ਕੰਮ ਆ ਉਹ ਹਰ ਇੱਕ ਚੀਜ਼ ਦਾ ਇੱਕ ਪ੍ਰਮਾਣ ਮੰਗਦਾ ਆ ਜੀ, ਕਿਉਂਕਿ ਉਹਨੇ ਜਿਹੜੀ ਵੀ ਸਟੇਟਮੈਂਟ ਦੇਣੀ ਆ ਉਹਨੇ ਪ੍ਰਮਾਣ ਦੇ ਆਧਾਰਿਤ ਦੇਣੀ ਆ, ਪਰ ਉਹ ਉਸ ਦੀ ਸਰਚ ਕਰਦਾ ਤੁਰਿਆ ਜਾਂਦਾ। ਉੱਥੇ ਉਸ ਦਾ ਮਤਲਬ ਇਹ ਨਹੀਂ ਕਿ ਹਰ ਸਾਇੰਟਿਸਟ ਇਹ ਕਹਿ ਰਿਹਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਜੀ, ਕਿਉਂਕਿ ਐਂਡ ਦੇ ਵਿੱਚ ਜਿਹੜੀਆਂ ਖੋਜਾਂ ਉਹ ਕਰ ਰਿਹਾ ਉਹ ਆਲਰੇਡੀ ਪਹਿਲਾਂ ਬਣੀਆਂ ਆ ਜੀ। ਹੁਣ ਆਪਾਂ ਜੇ ਸਾਇੰਸ ਦੀ ਵੀ ਗੱਲ ਅੱਗੇ ਲੈ ਕੇ ਚੱਲੀਏ, ਜੇ ਸਾਇੰਸ ਦੀ ਵੀ ਗੱਲ ਕਰੀਏ, ਜੇ ਸਿੱਧੀ ਜਿਹੀ ਉਦਾਹਰਨ ਲਈਏ ਤਾਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਕਰੋਨਾ ਦੀ ਬਿਮਾਰੀ ਆਈ ਆ ਸਾਡੇ ਵਿੱਚ ਜੀ,
ਕਰੋਨਾ ਦੀ ਬਿਮਾਰੀ ਆਉਂਦੀ ਆ, ਸਾਰਾ ਸਾਇੰਟਿਸਟ ਸਾਰੀ ਦੁਨੀਆ ਉਹਦੀ ਇਲਾਜ ਲੱਭਣ ਲਈ ਹੋਈ ਆ, ਜਿਹਦਾ ਕਿ ਇਲਾਜ ਅੱਜ ਤੱਕ ਵੀ ਲੱਭਾ ਨਹੀਂ, ਐਂਟੀਬਾਇਓਟਿਕ ਨਹੀਂ ਲੱਭੀ, ਵੈਕਸੀਨ ਲੱਭੀ ਆ ਜਿਹਦੇ ਵਿੱਚ ਤੁਹਾਡੇ ਚ ਉਹ ਉਸ ਦੀ ਰੋਕਥਾਮ ਕਰ ਸਕਦੀ ਆ, ਪਰ ਕਰੋਨਾ ਦੇ ਮਰੀਜ਼ ਦੇ ਇਲਾਜ ਲਈ ਅੱਜ ਵੀ ਤੁਹਾਡੇ ਤੋਂ ਦਵਾ ਨਹੀਂ ਲੱਭੀ ਜੀ। ਪਰ ਹੁਣ ਜਿਹੜਾ ਪਿਛਲੇ ਸਾਲ ਜੋ ਹੋ ਰਿਹਾ ਸੀ, ਹੁਣ ਤਾਂ ਵੈਕਸੀਨ ਚਲੋ ਚੱਲਦੀ, ਜਿਸ ਟਾਈਮ ਪਿਛਲੇ ਸਾਲ ਜਦੋਂ ਚੀਮਾ ਸਾਹਿਬ ਦੇਖਿਆ ਜਾਵੇ ਜੇ ਵੈਕਸੀਨ ਜਦੋਂ ਸਿੰਗਲ ਚੱਲਦੀ ਆ, ਇਹ ਵੀ ਕੋਈ ਇਹਦਾ ਜਿਹੜਾ ਐਂਡਲਾ ਰਿਜ਼ਲਟ ਨਹੀਂ ਹੋਣਾ ਨਹੀਂਗਾ ਜੀ। ਹੁਣ ਇੱਕ ਬੰਦੇ ਨੂੰ ਕਰੋਨਾ ਹੁੰਦਾ, ਹਾਂਜੀ, ਕਰੋਨਾ ਦਾ ਵਾਇਰਸ ਤੁਹਾਡੇ ਅੰਦਰ ਜਾਂਦਾ, ਹਾਂਜੀ, ਪਰ ਉਸ ਵਾਇਰਸ ਨੂੰ ਜਦੋਂ ਅੰਦਰ ਤੁਹਾਡੇ ਸਰੀਰ ਦੇ ਵਿੱਚ ਐਂਟੀਬਾਡੀ ਸੈੱਲ ਉਸ ਵਾਇਰਸ ਨੂੰ ਦੇਖ ਕੇ ਤਿਆਰ ਹੋ ਜਾਂਦੇ ਆ, ਉਹਨਾਂ ਵਾਸਤੇ ਇਹ ਜਿਹੜੇ ਤੁਹਾਡੇ ਐਂਟੀਬਾਡੀ ਸੈੱਲ ਆ, ਉਹਨਾਂ ਵਾਸਤੇ ਇੱਕ ਨਵਾਂ ਵਾਇਰਸ ਕੁਛ ਆਇਆ, ਕਿਉਂਕਿ ਆਮ ਫਲੂ ਸਾਨੂੰ ਹੁੰਦੇ ਸੀ, ਉਹ ਅੰਦਰਲੇ ਵਾਇਰਸ ਸਾਡੇ ਆਲਰੇਡੀ ਅੰਦਰ ਉਹ ਐਂਟੀਬਾਡੀ ਹੁੰਦੇ ਸੀਗੇ, ਉਹ ਉਸ ਵਾਇਰਸ ਨੂੰ ਮਾਰ ਦਿੰਦੇ ਤੇ ਉਹਦਾ ਸਾਹਮਣਾ ਕਰ ਲੈਂਦੇ ਸੀ। ਪਰ ਇਹ ਇੱਕ ਨਵਾਂ ਵਾਇਰਸ ਆਉਣ ਦੀ ਵਜ੍ਹਾ ਦੇ ਨਾਲ ਸਾਡੇ ਉਹ ਅੰਦਰ ਇੱਕ ਜਿਹੜੇ ਐਂਟੀਬਾਡੀ ਸੈੱਲ ਤਿਆਰ ਹੋਏ, ਉਹਨਾਂ ਨੇ ਉਸ ਵਾਇਰਸ ਦਾ ਮੁਕਾਬਲਾ ਕੀਤਾ ਤੇ ਉਹ ਮੁਕਾਬਲਾ ਕਰਕੇ ਜਿਹੜਾ ਉਸ ਵਾਇਰਸ ਨੂੰ ਮਾਰ ਕੇ ਤੇ ਖਤਮ ਕਰ ਦਿੱਤਾ, ਜਿਸ ਦੇ ਨਾਲ ਕਿਹਾ ਜਾਂਦਾ ਹੈ ਕਿ 2-3 ਦਿਨ ਜਿਹੜਾ ਉਹ ਹਾਵੀ ਹੁੰਦਾ ਆ, ਉਸ ਤੋਂ ਬਾਅਦ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਖਿਆਲ ਰੱਖਣਾ ਸ਼ੁਰੂ ਇਹ ਹੁੰਦਾ ਵੀ ਅਸੀਂ ਪਰਹੇਜ਼ ਕਾਹਦੇ ਕੀਤੇ, ਗਰਮ ਪਾਣੀ ਪੀਣਾ ਜਾਂ ਕਿਹੜੇ ਪਰਹੇਜ਼ ਰੱਖਣੇ, ਉਹਨਾਂ ਦਾ ਮਕਸਦ ਇਹ ਸੀ ਵੀ ਉਹ ਜਿਹੜਾ ਵਾਇਰਸ ਤੁਹਾਡੇ ਲੰਗਸ ਤੇ ਇਨਫੈਕਸ਼ਨ ਨਾ ਹੋ ਜਾਵੇ। ਪਰ ਉਨੇ ਟਾਈਮ ਦੇ ਵਿੱਚ ਜਿਹੜਾ ਉਸ ਵਾਇਰਸ ਤੁਹਾਨੂੰ ਵੈਂਟੀਲੇਟਰ ਤੇ ਲਾਇਆ ਗਿਆ ਤਾਂ ਜੋ ਤੁਹਾਡੇ ਜਿਹੜੇ ਲੰਗਸ ਸਾਹ ਲੈ ਸਕਣ, ਉਹ ਇੱਕ ਇਲਾਜ ਨਹੀਂ ਸੀ, ਸਿਰਫ ਤੁਹਾਡੀ ਲਾਈਫ ਨੂੰ ਲੰਬੀ ਕਰਨ ਵਾਸਤੇ ਉਹ ਕੀਤਾ। ਉਹਦੇ ਪਿੱਛੇ ਉਡੀਕ ਇਹ ਕੀਤੀ ਜਾਂਦੀ ਸੀ ਤੁਹਾਡੇ ਅੰਦਰ ਐਂਟੀਬਾਡੀ ਤਿਆਰ ਹੋ ਕੇ ਉਸ ਵਾਇਰਸ ਨਾਲ ਲੜਨ ਤੇ ਲੜ ਕੇ ਉਹਨੂੰ ਖਤਮ ਕਰਨ। ਹਾਂਜੀ, ਹੁਣ ਉਹ ਜਿਹੜੇ ਐਂਟੀਬਾਡੀ ਕਿੱਥੋਂ ਤਿਆਰ ਹੋ ਗਏ, ਉਸ ਨੂੰ ਕੋਈ ਤਿਆਰ ਕਰਨ ਵਾਲਾ ਤਾਂ ਹੈ। ਫਿਰ ਸਾਇੰਸ ਦੇਖੋ, ਸਾਇੰਸ ਉਹ ਕਰੋਨਾ ਦਾ ਮਰੀਜ਼ ਜਿਹੜਾ ਠੀਕ ਹੋਇਆ ਉਸ ਦੇ ਉੱਤੋਂ ਬਲੱਡ ਪਲਾਜ਼ਮਾ ਲੈ ਕੇ ਉਹ ਜਿਹੜਾ ਪਲਾਜ਼ਮਾ ਆ ਉਹਨੂੰ ਨਵੇਂ ਮਰੀਜ਼ ਨੂੰ ਦੇ ਰਹੀ ਆ, ਜਿਹੜਾ ਕੋਈ ਸਿਆਣਾ ਜਾਂ ਬਿਮਾਰ ਮਰੀਜ਼ ਆ, ਤਾਂ ਜੋ ਉਹ ਜਾ ਕੇ ਸੈੱਲਾਂ ਨੂੰ ਹੋਰ ਡਿਵੈਲਪ ਕਰੇ, ਤਾਂ ਜੋ ਉਹਨਾਂ ਦਾ ਇਲਾਜ ਉਹ ਬਲੱਡ ਪਲਾਜ਼ਮਾ ਨਾਲ ਕੀਤਾ ਜਾਂਦਾ ਸੀ। ਸੋ ਉਹ ਕਿਸ ਨੇ ਤਿਆਰ ਕੀਤਾ? ਅਗਰ ਜੇ ਮੰਨਣਾ ਕੋਈ ਤਾਂ ਹੈ ਸ਼ਕਤੀ ਜੀ ਨੇ ਕੀਤਾ ਨਾ, ਚਲੋ ਉਸ ਚੀਜ਼ ਨੂੰ ਵੀ ਛੱਡ ਲਓ। ਉਸ ਤੋਂ ਇਲਾਵਾ ਅਸੀਂ ਕੁਝ ਸਵਾਲਾਂ ਦੇ ਜਵਾਬ ਆ ਜਿਨ੍ਹਾਂ ਦੇ ਸਾਇੰਸ ਤੋਂ ਵੀ ਆਨਸਰ ਹੈ ਨਹੀਂਗੇ। ਹੁਣ ਅਸੀਂ ਦੇਖੀਏ, ਅਸੀਂ ਇੱਕ ਗਮਲਾ ਲੈਨੇ ਆ, ਐਗਜ਼ਾਮਪਲ ਆ, ਗਮਲੇ ਦੇ ਵਿੱਚ ਅਸੀਂ ਬਰਾਊਨ ਰੰਗ ਦੀ ਮਿੱਟੀ ਪਾਤੀ ਜੀ, ਉਹਦੇ ਵਿੱਚ ਇੱਕ ਵਾਈਟ ਕਲਰ ਜਾਂ ਬਰਾਊਨ ਕਲਰ ਦਾ ਬੀਜ ਦਿੱਤਾ ਫੁੱਲਾਂ ਦਾ, ਬਿਲਕੁਲ ਉਹਦੇ ਵਿੱਚੋਂ ਹਰੇ ਰੰਗ ਦਾ ਇੱਕ ਪਲਾਂਟ ਪੈਦਾ ਹੋ ਗਿਆ ਜੀ। ਹੁਣ ਉਸ ਪਲਾਂਟ ਨੂੰ ਲਾਲ ਰੰਗ ਦੇ ਫੁੱਲ ਲੱਗ ਰਹੇ ਆ। ਠੀਕ, ਹੁਣ ਉਹ ਜੇ ਰੰਗ ਦਾ ਪੁੱਛਣ ਜਾ, ਚਾਹੇ ਸਾਇੰਸਦਾਨ ਨੂੰ ਪੁੱਛਣ ਜਾ ਵੀ ਇਹ ਲਾਲ ਰੰਗ ਕਿੱਥੋਂ ਆ ਗਿਆ, ਕਿਉਂਕਿ ਮਿੱਟੀ ਦਾ ਰੰਗ ਤੁਹਾਡੀ ਦਾ ਬਰਾਊਨ ਸੀ, ਪਲਾਂਟ ਬੀ ਦਾ ਰੰਗ ਤੁਹਾਡੇ ਦਾ ਵਾਈਟ ਸੀ ਤੇ ਪਲਾਂਟ ਹਰੇ ਰੰਗ ਦਾ, ਉਹਦੇ ਵਿੱਚੋਂ ਜਿਹੜਾ ਫੁੱਲ ਉਹ ਲਾਲ ਰੰਗ ਦਾ ਨਿਕਲਿਆ ਆ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ਾਂ ਜੇ ਮੰਨੋਗੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਕੁਛ ਨਾ ਕੁਛ ਤਾਕਤ ਹੈ। ਉਸ ਤੋਂ ਅਗਲੀ ਐਗਜ਼ਾਮਪਲ ਆਪਾਂ ਲੈ ਲਈਏ, ਬੱਚੇ ਦਾ ਜਨਮ ਹੁੰਦਾ ਆ ਜੀ, ਬੱਚਾ ਮਾਂ ਦੇ ਪੇਟ ਚੋਂ ਆਉਂਦਾ, ਉਹ ਉੱਥੇ ਵੀ ਜਿੰਦਾ ਆ, ਉਸ ਦਾ ਦਿਲ ਵਗੈਰਾ ਸਾਰਾ ਕੁਝ ਧੜਕ ਰਿਹਾ, ਡਾਕਟਰ ਚੈੱਕ ਕਰ ਰਿਹਾ। ਉਹ ਪਹਿਲਾਂ ਤਾਂ ਇਹ ਹੀ ਇੱਕ ਵਿੱਚ ਬਹੁਤ ਵੱਡੀ ਤੁਹਾਨੂੰ ਸਮਝਣ ਵਾਸਤੇ ਵੱਡੀ ਗੱਲ ਹੈ ਕਿ ਬੱਚੇ ਦੇ ਅੰਦਰ ਜੋ ਸਾਰਾ ਸਿਸਟਮ ਉਹ ਇੱਕ ਸਪਰਮ ਦੇ ਨਾਲ ਕਿੱਡਾ ਵੱਡਾ ਸਰੀਰ ਬਣ ਜਾਂਦਾ ਤੇ ਉਹਦੇ ਅੰਦਰ ਸਾਰੀ ਇੱਕ ਪਲਾਂਟ ਫਿਟਿੰਗ ਹੋ ਜਾਂਦੀ ਆ, ਜੋ ਨਾੜੀਆਂ ਜੋ ਅੰਤੜੀਆਂ ਸਾਰਾ ਕੁਝ ਉਹ ਰੈਡੀ ਹੋ ਜਾਂਦਾ ਹੂ ਇਨਸਾਨ ਵਰਗਾ। ਤੇ ਉਹਦੇ ਤੋਂ ਬੱਚਾ ਜਿਸ ਦਿਨ ਜਨਮ, ਉਹ ਅੰਦਰ ਪੇਟ 'ਚ ਵੀ ਸਾਹ ਲੈ ਰਿਹਾ, ਹਾਂਜੀ, ਜਦ ਕਿ ਉੱਥੇ ਕੋਈ ਆਕਸੀਜਨ ਜਾਂ ਕੁਝ ਵੀ ਹੈ ਨਹੀਂ, ਇੱਕ ਨਾੜੂ ਦੇ ਥਰੂ ਸਾਰਾ ਕੁਝ ਚੱਲ ਰਿਹਾ। ਪਰ ਜਦੋਂ ਉਹ ਜਨਮ ਲੈਂਦਾ ਤੇ ਉਹ ਆਪਣੇ ਮੂੰਹ ਨਾਲ ਸਾਹ ਲੈਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਬੱਚੇ ਦੇ ਮੂੰਹ ਤੇ ਤੁਸੀਂ ਹੱਥ ਰੱਖੋਗੇ ਤਾਂ ਉਹ ਸਾਹ ਨਹੀਂ ਲੈ ਸਕੂਗਾ। ਸੋ ਪਹਿਲਾਂ ਉਹ ਲੈ ਰਿਹਾ। ਇਸੇ ਤਰ੍ਹਾਂ ਆਂਡੇ ਦੇ ਵਿੱਚ ਇੱਕ ਜੀਵ ਪੈਦਾ ਹੁੰਦਾ, ਉਹਦੇ ਵਿੱਚ ਜਾਨ ਬਣੀ ਆ, ਉਹ ਹਿਲਜੁਲ ਕਰ ਰਿਹਾ, ਪਰ ਹੌਲੀ ਹੌਲੀ ਇੱਕ ਦਿਨ ਇਹੋ ਜਿਹਾ ਆਉਂਦਾ, ਉਹ ਵਿੱਚ ਹਿਲਜੁਲ ਕਰਦਾ, ਉੱਪਰਲਾ ਜਦੋਂ ਕਵਰ ਟੁੱਟ ਜਾਂਦਾ ਉਹ ਬਾਹਰ ਆਉਂਦਾ ਤੇ ਬਾਹਰ ਸਾਹ ਲੈਣਾ ਸ਼ੁਰੂ ਕਰ ਦਿੰਦਾ। ਅਗਰ ਉਹਨੂੰ ਤੁਸੀਂ ਫੇਰ ਕਿਸੇ ਚੀਜ਼ 'ਚ ਬੰਦ ਕਰ ਦਿੱਤਾ ਜਿੱਥੇ ਆਕਸੀਜਨ ਨਹੀਂ ਤੇ ਉਹ ਮਰ ਜਾਊਗਾ। ਸੋ ਜੇ ਇਹਨਾਂ ਚੀਜ਼ਾਂ ਨੂੰ ਸਿਰਫ ਸਮਝਣਾ ਆ ਤੇ ਇਹ ਚੀਜ਼ਾਂ ਬਹੁਤ ਵੱਡੀਆਂ ਆ। ਉਸ ਤੋਂ ਅਗਲੀ ਗੱਲ, ਜੇ ਸਾਇੰਸ ਕੋਈ ਜ਼ਿਆਦਾ ਇੰਟਰਸਟ ਰੱਖਣ ਵਾਲਾ ਸਾਇੰਸ ਹੋਵੇ ਜੀ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਗੱਲ ਆਪਾਂ ਲਈਏ ਐਟਮ। ਹਾਂਜੀ, ਇੱਕ ਐਟਮ ਆ ਜਿੱਦਾਂ ਸਾਇੰਸ ਇਹ ਕਹਿੰਦੀ ਆ ਵੀ ਐਟਮ ਦੇ ਵਿੱਚ ਦੋ ਤੱਤ ਹੁੰਦੇ ਆ ਹੋਰ, ਜਿਹੜੇ ਨਿਊਟਰਨ ਤੇ ਪ੍ਰੋਟੋਨ ਜੀ, ਜਿਹੜੇ ਕਿ ਐਟਮ ਦੇ ਵਿੱਚ ਆ, ਤੇ ਉਹਦੇ ਦੁਆਲੇ ਇੱਕ ਜਿਹੜਾ ਘੁੰਮਦਾ ਆ ਉਹਦਾ ਨਾਂ ਆ ਇਲੈਕਟ੍ਰੋਨ ਜੀ। ਹਾਂਜੀ, ਹੁਣ
ਉਸ ਚੀਜ਼ ਨੂੰ ਤੁਸੀਂ ਦੇਖੋ ਵੀ ਜਿੰਨੀ ਵੀ ਇਸ ਸ੍ਰਿਸ਼ਟੀ ਦੇ ਵਿੱਚ ਕੁਛ ਵੀ ਜਿਹੜਾ ਬਣਿਆ ਆ, ਚਾਹੇ ਉਹ ਇਨਸਾਨ, ਚਾਹੇ ਕੋਈ ਵੀ ਚੀਜ਼ ਆ ਜਿਹੜੀ ਆ, ਉਹ ਐਟਮ ਦੇ ਨਾਲ ਬਣੀ ਆ ਜੀ। ਉਹੋ ਹੀ ਐਟਮ ਕਿਤੇ ਨਿਊਟਰਨ ਵੱਧ ਗਿਆ, ਪ੍ਰੋਟਨ ਘਟ ਗਿਆ, ਉਹਦੀ ਕੋਈ ਹੋਰ ਚੀਜ਼ ਬਣ ਜਾਂਦੀ ਆ, ਪ੍ਰੋਟਨ ਘਟ ਗਿਆ, ਨਿਊਟਰਨ ਵੱਧ ਗਿਆ, ਉਹਦੀ ਕੋਈ ਹੋਰ ਚੀਜ਼ ਬਣ ਜਾਂਦੀ ਆ, ਇਲੈਕਟ੍ਰੋਨ ਦੇ ਵਾਧੇ ਘਾਟੇ ਨਾਲ ਕੋਈ ਹੋਰ ਚੀਜ਼ ਬਣ ਜਾਂਦੀ। ਸਾਰਾ ਕੁਝ, ਸਾਰੀ ਸ੍ਰਿਸ਼ਟੀ ਉਹ ਐਟਮ ਦੇ ਸਿਰ ਤੇ ਬਣੀ ਆ। ਬਿਲਕੁਲ ਜੀ। ਸਾਇੰਸਦਾਨਾਂ ਨੇ ਪਿੱਛੇ ਖੋਜ ਕੀਤੀ ਆ, ਜਿੱਦਾਂ ਜਿਹੜੀਆਂ ਕਿ ਅੱਜ ਤੱਕ ਖੋਜਾਂ ਚੱਲ ਰਹੀਆਂ, ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨੂੰ ਐਟਮ ਨੂੰ ਵੀ ਤੋੜ ਕੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ ਵੀ ਇਹਦੇ ਵਿੱਚ ਕੀ ਆ ਜੀ। ਉਹਦੇ ਦੁਆਲੇ ਜਿਹੜਾ ਇਲੈਕਟ੍ਰੋਨਿਕ ਘੁੰਮਦਾ ਆ, ਉਸ ਇਲੈਕਟ੍ਰੋਨਿਕ ਨੂੰ, ਕਿਉਂਕਿ ਇਹ ਸਾਇੰਸ ਦੀ ਥਿਊਰੀ ਜਿਹਦੇ ਕਿ ਅੱਲੇ ਸਾਇੰਸ ਵਾਲਿਆਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਜੀ, ਉਹ ਜਿਹੜਾ ਇਲੈਕਟ੍ਰੋਨਿਕ ਨੂੰ ਆ, ਉਹਨੂੰ ਹੋਲ ਦੇ ਵਿੱਚ ਦੀ, ਇੱਕ ਦੇ ਬੋਲ ਦੇ ਵਿੱਚ ਦੀ, ਹੋਲ ਦੇ ਵਿੱਚ ਦੀ, ਉਹਨੂੰ ਥਰੋ ਕਰਦੇ ਦੂਸਰੀ ਸਾਈਡ ਨੂੰ ਜੀ, ਤੇ ਉਸ ਤੋਂ ਬਾਅਦ ਉਹ ਬਾਅਦ ਚ ਚੈੱਕ ਕਰਦੇ ਦੂਸਰੇ ਪਾਸੇ ਜਿਹੜੀ ਬੋਲ ਦੇ ਨਾਲ ਉਹ ਜਾ ਕੇ ਟਕਰਾਉਂਦਾ, ਤੇ ਉਹਦੀ ਇੱਕ ਉਹ ਜਿਹੜਾ ਆ ਉਹ ਖਿਲਰ ਕੇ ਉਸ ਦੇ ਵੱਖਰੇ ਵੱਖਰੇ ਡਾਟ ਬਣ ਜਾਂਦੇ ਆ। ਉਹਨਾਂ ਨੂੰ ਉਸ ਤੋਂ ਪਤਾ ਲੱਗ ਜਾਂਦਾ ਵੀ ਇਹ ਜਿੰਨੇ, ਜੇ ਮੰਨ ਲਓ ਅਸੀਂ 20 ਵਾਰੀ ਇਲੈਕਟ੍ਰੋਨ ਨੂੰ ਥਰੋ ਕੀਤਾ ਤੇ ਉਧਰ ਜਾ ਕੇ 20 ਵੱਖਰੀਆਂ ਵੱਖਰੀਆਂ ਥਾਵਾਂ ਤੇ ਉਹ ਸਾਰੇ ਖਿਲਰ ਕੇ ਉਸ ਬਾਲ ਨੂੰ, ਅਗਲੀ ਬਾਲ ਨੂੰ ਟੱਚ ਕਰ ਰਿਹਾ ਆ। ਪਰ ਉਹਦੀ ਜਗ੍ਹਾ ਤੇ ਉਹਨਾਂ ਨੇ ਜਦੋਂ ਉਹਨੂੰ ਕੈਮਰੇ ਲਾ ਕੇ ਦੇਖਿਆ, ਜਦੋਂ ਉੱਥੇ ਕੈਮਰੇ ਲਾ ਦਿੱਤੇ ਜਾਂਦੇ ਆ ਜਿਹੜੇ ਕਿ ਉਸ ਇਲੈਕਟ੍ਰੋਨ ਨੂੰ ਜਾਂਦੇ ਨੂੰ ਦੇਖ ਸਕਦੇ ਆ, ਤੇ ਉਹ ਆਪਣਾ ਜਿਹੜਾ ਤੁਰਨ ਦਾ ਤਰੀਕਾ ਉਹ ਬਦਲ ਲੈਂਦਾ, ਉਹ ਫਿਰ ਇੱਕ ਥਾਂ ਤੇ ਜਾ ਕੇ ਟੱਚ ਹੁੰਦਾ। ਹੁਣ ਕੈਮਰਾ ਔਨ, ਉਹਨੂੰ ਪਤਾ ਲੱਗ ਜਾਂਦਾ, ਇਹ ਸਾਇੰਸ ਦੀ ਥਿਊਰੀ ਹੈ ਜੀ, ਉਹਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਕੋਈ ਦੇਖ ਰਿਹਾ। ਉਹ ਜਿਹੜਾ ਨੈਕਸਟ ਬਾਲ ਤੇ ਜਿੱਤੇ ਉਹਨੇ ਟੱਚ ਕਰਨਾ ਜਾ ਕੇ, ਉਹ ਸੇਮ ਪੋਜੀਸ਼ਨ ਤੇ ਜਾ ਕੇ ਟੱਚ ਕਰਦਾ, ਬਟ ਜਦੋਂ ਕੈਮਰੇ ਨੂੰ ਬੰਦ ਕਰ ਦਿੱਤਾ ਜਾਂਦਾ ਆ ਤੇ ਉਹਨੂੰ ਫੇਰ ਚੈੱਕ ਕਰਦੇ ਤੇ ਉਹ ਵੱਖਰੀਆਂ ਵੱਖਰੀਆਂ ਥਾਵਾਂ ਤੇ ਜਾਂਦਾ। ਸੋ ਹੁਣ ਜੇ ਤਾਂ ਹੈਗੀ ਇਮਾਨਦਾਰੀ, ਫੇਰ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਜਿੰਨੀਆਂ ਕਾ ਐਗਜ਼ਾਮਪਲਾਂ ਵੀ ਆਪਾਂ ਦਿੱਤੀਆਂ, ਇਸ ਤੋਂ ਇਲਾਵਾ ਇਹ ਘੰਟਿਆਂ ਬੱਧੀ ਅਸੀਂ ਐਗਜ਼ਾਮਪਲਾਂ ਦੇ ਸਕਦੇ ਆ, ਪਰ ਟਾਈਮ ਨੂੰ ਲਿਮਟ ਦੇਖਦੇ ਹੋਏ ਸਾਨੂੰ ਇਹ ਚੀਜ਼ ਸਮੇਟਣੀ ਪੈ ਜਾਂਦੀ ਆ। ਪਰ ਇੱਕ ਅਸੀਂ ਆਮ ਇਨਸਾਨ ਇੰਨਾ ਕੁ ਦੱਸ ਸਕਦੇ ਵੀ ਇਹਨੂੰ ਘੰਟਿਆਂ ਭਰ ਦੀ ਗੱਲਬਾਤ ਕਰ ਸਕਦੇ, ਪਰ ਵਿਦਵਾਨਾਂ ਨੇ ਬੜੇ ਬੜੇ ਗ੍ਰੰਥ ਭਰੇ ਆ ਜਿਹਦੇ ਵਿੱਚ ਉਹ ਤੁਹਾਨੂੰ ਸਾਬਤ ਕਰ ਸਕਦੇ ਆ। ਹੁਣ ਇਹ ਚੀਜ਼ ਬਣੀ, ਹੁਣ ਅਸੀਂ ਇਹਨੂੰ ਚਾਹੇ ਐਵੋਲੂਸ਼ਨ ਮੰਨ ਲਈਏ, ਚਾਹੇ ਇਹਨੂੰ ਕੁਛ ਮੰਨ ਲਈਏ, ਪਰ ਸਾਡੀ ਨਜ਼ਰ ਦੇ ਵਿੱਚ ਕੋਈ ਨਾ ਕੋਈ ਤਾਂ ਇਹੋ ਜੀ ਤਾਕਤ ਹੈ ਜਿਹੜੀ ਇਸ ਚੀਜ਼ ਨੂੰ ਚਲਾ ਰਹੀ ਆ। ਬਿਲਕੁਲ, ਕਿਉਂਕਿ ਕੋਈ ਨਾ ਕੋਈ ਤਾਂ ਚੀਜ਼ਾਂ ਹੈ ਜਿਹੜੀਆਂ ਅੱਜ ਸਾਇੰਸ ਦੀ ਪਕੜ ਤੋਂ ਵੀ ਪਰੇ ਦੀਆਂ ਆ। ਅਗਰ ਜੇ ਸਾਇੰਸ ਖੋਜਦੀ ਆ, ਉਹ ਵੀ ਉਹਦੀਆਂ ਬਣਾਈਆਂ ਚੀਜ਼ਾਂ ਨੂੰ ਹੀ ਖੋਜ ਰਹੀ ਆ, ਜੇ ਉਹ ਵੀ ਇਹ ਦੱਸ ਰਹੇ ਆ, ਪਹਿਲਾਂ ਕਹਿੰਦੇ ਸੀ 9 ਗ੍ਰਹਿ ਆ, ਫੇਰ ਕਹਿੰਦੇ ਨਹੀਂ 2 ਹੋਰ ਲੱਪ ਹੈ, ਫੇਰ ਨਹੀਂ ਹੋਰ ਲੱਪ ਹੈ, ਫੇਰ ਉਹ ਕਹਿੰਦੇ ਨਹੀਂ ਬਹੁਤ ਸਾਰੀਆਂ ਗਲੈਕਸੀਆਂ ਆ। ਸੋ ਉਹ ਕਿੱਥੇ ਕਿੱਥੇ ਆ, ਉਹ ਇੱਕ ਬਿਆਨ ਤੇ ਆ, ਪਰ ਸਮੇਂ ਦੇ ਵਿੱਚ ਆ ਕੇ ਕੁਝ ਪ੍ਰਚਾਰਕਾਂ ਨੇ, ਉਹਨਾਂ ਨੇ ਵੱਡੇ ਵਰਗ ਨੂੰ ਕੈਸ਼ ਕਰਨ ਲਈ ਉਹਨਾਂ ਨੇ ਵੱਖਰੀਆਂ ਵੱਖਰੀਆਂ ਆਪਣੀਆਂ ਐਗਜ਼ਾਮਪਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਵਿੱਚ ਇਹ ਕਹਿ ਦਿੰਦੇ ਆ ਰੱਬ ਸਾਡੇ ਵਿੱਚ ਹੀ ਆ, ਭਾਵ ਅਸੀਂ ਹੀ ਰੱਬ ਹਾਂ, ਕਿਉਂਕਿ ਉਹਨਾਂ ਦੇ ਵਿੱਚ ਇਹਦੇ ਪਿੱਛੇ ਜਿਹੜੀ ਉਹਨਾਂ ਦੀ ਮਨਸਾ ਕਿਹੜੀ ਆ, ਉਹ ਆਉਣ ਵਾਲੇ ਸਮਿਆਂ ਦੇ ਵਿੱਚ ਤੇ ਤੁਹਾਨੂੰ ਹੌਲੀ ਹੌਲੀ ਜ਼ਾਹਰ ਹੁੰਦੀ ਰਹੂਗੀ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੱਖਰੀ ਸੋਚ ਵਾਲੇ ਕੋਈ ਉਹਨਾਂ ਨੂੰ ਲੱਗਾ ਵੀ ਧੜਾ ਜ਼ਿਆਦਾ ਪਪੂਲਰ ਆ, ਜਿੱਥੋਂ ਉਹਨਾਂ ਨੂੰ ਇਨਕਮ ਹੋ ਸਕਦੀ ਆ, ਉਨੀ ਹੋ ਸਕਦਾ ਇਸ ਚੀਜ਼ ਦੀ ਹੋਰ ਵੀ ਪਰਿਭਾਸ਼ਾ ਬਦਲ ਦੇਣ। ਪਰ ਸਾਨੂੰ ਸਚਾਈ ਜਿਹੜੀ ਆ ਉਹ ਆ ਜਿਹੜੀਆਂ ਆਪਾਂ 5-4 ਐਗਜ਼ਾਮਪਲਾਂ ਦਿੱਤੀਆਂ, ਇਹਨਾਂ ਨੂੰ ਅਸੀਂ ਦੇਖ ਲਈਏ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਹੋਰ ਲੋੜ ਰਹਿੰਦੀ ਆ ਵੀ ਉਸ ਨੂੰ ਖੋਜਣ ਵਾਸਤੇ। ਜੀ ਚੀਮਾ ਸਾਹਿਬ, ਬਹੁਤ ਵਧੀਆ ਤੁਸੀਂ ਉਦਾਹਰਨਾਂ ਦੇ ਕੇ ਸਮਝਾਇਆ। ਹੁਣ ਤਾਂ ਮੈਨੂੰ ਲੱਗਦਾ ਸਾਨੂੰ ਸਮਝ ਹੀ ਜਾਣਾ ਚਾਹੀਦਾ ਕਿ ਕੋਈ ਨਾ ਕੋਈ ਤਾਕਤ ਹੈ ਸਾਡੇ ਪਿੱਛੇ ਜਿਹੜੀ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਆ। ਕਿਉਂ ਦੇਖਿਆ ਜਾਵੇ ਸਾਇੰਸ ਤਾਂ ਬਹੁਤ ਕੁਝ ਤਾਂ ਕਰ ਸਕਦੀ ਆ, ਪਰ ਸਭ ਕੁਝ ਨਹੀਂ ਕਰ ਸਕਦੀ। ਸਭ ਕੁਝ ਕਰਨ ਲਈ ਉਹ ਇੱਕ ਤਾਕਤ ਪਿੱਛੇ ਬੈਠੀ ਆ ਜਿਹਨੂੰ ਆਪਾਂ ਰੱਬ ਦਾ ਦਰਜਾ ਦਿੰਦੇ ਆ ਕਿ ਉਹ ਰੱਬ ਆ ਜੋ ਸਭ ਕੁਝ ਸ੍ਰਿਸ਼ਟੀ ਨੂੰ ਚਲਾ ਰਿਹਾ। ਜਿੱਦਾਂ ਚੀਮਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਕਿ ਬਾਜ਼ਾਰ ਦੇ ਵਿੱਚ, ਦੁਨੀਆ ਦੇ ਵਿੱਚ ਪਿਆਜ਼ਾਂ ਦੀ ਆਪਾਂ ਜਿੱਦਾਂ ਉਦਾਹਰਨ ਇੱਕ ਦਿੱਤੀ ਇਹਨਾਂ ਨੇ ਕਿ ਉਹਦੇ ਵਿੱਚੋਂ ਚੰਗੇ ਸਾਨੂੰ ਆਪ ਛਾਂਟਣੇ ਪੈਣੇ ਆ। ਵਿਦਵਾਨ ਬਹੁਤ ਨੇ, ਕਥਾਵਾਚਕ ਬਹੁਤ ਨੇ, ਬਹੁਤ ਤਰ੍ਹਾਂ ਦੇ ਸਾਨੂੰ ਆਪਣੇ ਆਪਣੇ ਆਧਾਰ ਤੇ ਉਹਨਾਂ ਨੇ ਸਾਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਫੜ ਕੇ ਸਾਨੂੰ ਆਪਣੀ ਜਿਹੜੀ ਹੈ ਜ਼ਿੰਦਗੀ ਦੀ ਸੋਧ ਉਹ ਸਾਨੂੰ ਕਰਨੀ ਪੈਣੀ ਆ। ਚੀਮਾ ਸਾਹਿਬ, ਸਾਡੇ ਕੋਲ 1 ਮਿੰਟ ਦਾ ਲਾਸਟ ਟਾਈਮ ਰਹਿ ਗਿਆ, ਇਸ਼ਾਰਾ ਕੀ ਕਹੋਗੇ ਜੀ ਇਹਦੇ ਵਿੱਚ ਲੈਂਡ? ਬਾਜੀ ਇਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਅਕਾਲ ਪੁਰਖ ਆ, ਜਿਹੜਾ ਪਰਮਾਤਮਾ,
ਉਹ ਬੇਅੰਤ ਆ ਤੇ ਗੁਰਬਾਣੀ ਦੇ ਵਿੱਚ ਥਾਂ-ਥਾਂ ਇਹ ਐਗਜ਼ਾਮਪਲਾਂ ਦਿੱਤੀਆਂ ਗਈਆਂ ਹਨ। ਅਸੀਂ ਜਿਹੜਾ ਇਸ ਸ੍ਰਿਸ਼ਟੀ ਤੇ ਆਏ ਆ, ਅਸੀਂ ਵੀ ਇੱਕ ਉਹਦਾ ਹੀ ਹਿੱਸਾ ਆ, ਸਾਡੇ ਵਿੱਚ ਉਸ ਦਾ ਅੰਸ਼ ਆ। ਤੇ ਜੇ ਅਸੀਂ ਸੌਖਾ ਜਿਹਾ ਤਰੀਕੇ ਨਾਲ ਸਮਝੀਏ ਕਿ 5 ਤੱਤਾਂ ਤੋਂ ਅਸੀਂ ਬਣੇ ਹੋ ਆ, ਤੇ ਜਿਹਦੇ ਵਿੱਚ ਹਵਾ, ਮਿੱਟੀ, ਪਾਣੀ, ਅੱਗ ਰਲਾ ਕੇ ਤੇ ਨਾਲ ਇੱਕ ਜੋਤ ਆ, ਤੇ ਜੋਤ ਉਹਦੀ ਆ ਜਿਸ ਦਿਨ ਜੋਤ ਤੁਹਾਡੇ ਸਰੀਰ ਚੋਂ ਚਲੇ ਜਾਂਦੀ ਆ ਤੇ ਇਹ ਮਿੱਟੀ ਹੋ ਜਾਂਦਾ ਸਰੀਰ। ਤੇ ਉਸ ਮਿੱਟੀ ਨੂੰ ਚਲਾਉਣ ਵਾਸਤੇ ਉਹ ਸਾਇੰਸਦਾਨਾਂ ਕੋਲ ਕੁਝ ਵੀ ਨਹੀਂ। ਹਾਂ, ਉਸ ਮਿੱਟੀ ਦੇ ਵਿੱਚੋਂ ਅੱਖਾਂ ਕੱਢ ਕੇ ਤਾਂ ਜੀਂਦੇ ਇਨਸਾਨ ਜਿਹਦੇ ਵਿੱਚ ਜੋਤ ਆ ਉਹ ਵਰਤੀਆਂ ਜਾ ਸਕਦੀਆਂ, ਪਰ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਜਾ ਸਕਦੀ ਜਿਸ ਦੇ ਨਾਲ ਇਸ ਦਾ ਇੰਜਨ ਦੁਬਾਰਾ ਤੋਂ ਸਟਾਰਟ ਹੋ ਸਕੇ। ਸੋ ਇਹ ਇੰਨੀਆਂ ਕੁ ਗੱਲਾਂ ਕਹਿ ਕੇ ਅਸੀਂ ਸਮਾਪਤੀ ਕਰਦੇ ਕਿ ਅਕਾਲ ਪੁਰਖ ਬੇਅੰਤ ਆ, ਉਸ ਦਾ ਕੋਈ ਅੰਤ ਨਹੀਂ ਤੇ ਸਾਰਾ ਕੁਝ ਉਹਦੀ ਹੀ ਰਜ਼ਾ ਦੇ ਵਿੱਚ ਚੱਲ ਰਿਹਾ ਜੀ। ਬਿਲਕੁਲ ਜੀ, ਸਾਨੂੰ ਹੁਣ ਇੱਥੇ ਲੈਣੀ ਪੈਣੀ ਇਜਾਜ਼ਤ। ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ KTV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।